ਤੇ ਇਹ ਦੱਸੋ ਵੀ ਕੋਲੋ ਤਾਰੜ ਦੇ ਵਿੱਚ ਜਾਂ ਗਿਰਦਨਵਾਹ ਦੇ ਵਿੱਚ ਪਿਛਲੇ 1.5-2 ਸਾਲ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਮਾਲ ਡੰਗਰ ਵੀ ਚੋਰੀ ਹੋਏ ਨੇ, ਮੋਟਰਸਾਈਕਲ ਵਗੈਰਾ ਵੀ ਚੋਰੀ ਹੋਏ ਨੇ। ਇਸ ਹਵਾਲੇ ਦੇ ਨਾਲ ਤੁਸੀਂ ਕੀ ਇਕਦਾਮਾਤ ਕੀਤੇ ਨੇ? ਉਹ ਜੀ ਬਾਜੀ ਸਹਿਰਾ ਤੇ ਚੌਧਰੀ ਤਬਰ ਸੈਨ, ਚੌਧਰੀ ਮੁਜ਼ੱਫਰ ਸੈਨ ਤਾਰੜਾ ਨਾਲ ਖਸੂਸੀ ਦਿਲਚਸਪੀ ਲੈ ਕੇ SHO ਨੂੰ ਟਾਸਕ ਦਿੱਤਾ ਹੈ, DPO ਸਾਹਿਬ ਨੂੰ, ਤੇ ਉਹਨਾਂ ਰਿਕਵਰੀ ਕਰਵਾ ਕੇ ਕਾਫੀ ਰਿਕਵਰੀ ਸਾਡੇ ਗਾਉਂ ਕੋਲੋਂ ਤਾਰੜ ਦੇ ਅਸਾਂ ਖੁਦ ਲੈ ਕੇ ਦਿੱਤੀ ਹੈ ਕੈਸ਼। ਤੇ ਇਨਸ਼ਾਅੱਲਾ 2-4 ਹੋਰ ਰਹਿ ਗਈਆਂ, ਤਾਂ ਅਸੀਂ ਹੁਣ ਮੁਲਾਕਾਤ ਕਰਕੇ ਆਏ SHO ਨਾਲ, ਤੇ ਤੁਹਾਡੇ ਸਾਹਮਣੇ ਉਹ ਮੋਟਰਸਾਈਕਲ ਵੀ ਅਬੂ ਬਕਰ ਗਿੱਲ ਦਾ ਰਿਕਵਰ ਹੋਇਆ। ਤੇ ਇਸ ਤਰ੍ਹਾਂ ਇਨਸ਼ਾਅੱਲਾ ਅਸੀਂ ਇਹ ਸਾਰੀਆਂ ਰਿਕਵਰੀਆਂ ਲੈ ਕੇ ਦੇਣੇ ਪਏ ਹਾਂ। ਕੋਲੋ ਤਾਰੜ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਵਾਸਤੇ ਕੀ ਇਕਦਾਮਾਤ ਕੀਤੇ ਜਾ ਰਹੇ ਨੇ? ਵੇਖੋ ਜੀ ਗੁਰਾਇਆ ਸਾਹਿਬ, ਚੀਜ਼ ਇਹ ਵੇ ਕਿ ਇਲੈਕਸ਼ਨ ਦੇ ਵਿੱਚ ਅਸਾਂ ਆਵਾਮ ਨਾਲ ਵਾਅਦਾ ਕੀਤਾ ਸੀ ਕਿ ਇਹ ਕੋਲੋ ਤਾਰੜ ਦਾ ਬਹੁਤ ਵੱਡਾ ਮਸਲਾ ਹੈ ਨਿਕਾਸੀ ਦਾ। ਲੋਕਾਂ ਦੀਆਂ ਗਲੀਆਂ ਦੇ ਵਿੱਚ ਪਾਣੀ ਖਲੋਤੇ ਨੇ, ਨਿਕਾਸ ਹੈ ਹੀ ਕੋਈ ਨਹੀਂ। ਅਸਾਂ ਵਾਅਦਾ ਕੀਤਾ ਸੀ ਕਿ ਇਨਸ਼ਾਅੱਲਾ ਅਸੀਂ ਇਲੈਕਸ਼ਨ ਤੋਂ ਬਾਅਦ ਇਹ ਮਸਲਾ ਹੱਲ ਕਰਾਂਗੇ। ਅਸਾਂ ਆਪਣੀ ਕਿਆਦਤ ਦੇ ਨੋਟਿਸ ਦੇ ਵਿੱਚ ਇਹ ਗੱਲ ਦਿੱਤੀ। ਉਹਨਾਂ ਆਗਾਮੀ ਤੌਰ ਤੇ ਮੁਕਾਮੀ ਅਫੀਸ਼ੀਅਲਸ ਨੂੰ ਇੱਥੇ ਬੁਲਾਇਆ, ਇਹਦਾ ਸਰਵੇ ਕਰਵਾਇਆ। ਉਹਦਾ ਉਹਨਾਂ ਕਿਹਾ ਜੀ ਐਸਟੀਮੇਟ ਲਾ ਕੇ ਫੌਰਨ ਮੈਨੂੰ ਦਿਓ। ਉਹਨਾਂ ਐਸਟੀਮੇਟ ਲਾ ਕੇ ਮੁਹਤਰਮਾਂ ਨੂੰ ਦੇ ਦਿੱਤਾ, ਔਰ ਇਨਸ਼ਾਅੱਲਾ ਇਹ ਜੂਨ ਦੇ ਬਜਟ ਤੋਂ ਬਾਅਦ ਇਹ ਸਕੀਮ ਸਾਡੀ ਚਲੀ ਜਾਏਗੀ, ਔਰ ਇਨਸ਼ਾਅੱਲਾ जून के बजट तो बाद ये इंशाल्लाह हंगामी तौर पर काम शुरू कर देंगे। अस्सलाम वालेकुम नाजरीन, मैं इनाम गुराया हूँ और आज आपकी मुलाकात कोलो तारड़ में पाकिस्तान मुस्लिम लीग नून के सदर मार खादम हुसैन साहब से करवाने जा रहा हूँ। कोलो तारड़ के अंदर एक बहुत बड़ी सियासी शख्सियत जो कि अब हम में मौजूद नहीं है, 1 साल हो चुके हैं उन्हें हमसे बिछड़े, मियाँ जी अफजल हुसैन तारड़ साहब। वो जब जिंदा थे तो मार खादम हुसैन साहब के ऊपर कोलो तारड़ में वो बहुत ज़्यादा ट्रस्ट किया करते थे। उनके हवाले से और कोलो तारड़ के अंदर 1 साल में तरक्याती कामों के हवाले से बातचीत करेंगे। सर अस्सलाम वालेकुम। वालेकुम सलाम। सर की हाल है? ठीक हो? अल्लाह का शुक्र, बिल्कुल ठीक। सर मियाँ जी अफजल हुसैन तारड़ साहब ਸਾਡੇ ਵਿੱਚ ਮੌਜੂਦ ਨਹੀਂ ਹਨ, ਉਹਨਾਂ ਨੂੰ 1 ਸਾਲ ਹੋ ਗਿਆ ਸਾਡੇ ਤੋਂ ਵਿਛੜਿਆਂ, ਤੇ ਉਹਨਾਂ ਦੀ ਕਮੀ ਕਿੰਨੀ ਕੁ ਮਹਿਸੂਸ ਕਰ ਰਹੇ ਹੋ ਤੁਸੀਂ? ਉਹਨਾਂ ਦੀ ਬਹੁਤ ਜ਼ਿਆਦਾ ਕਮੀ ਮਹਿਸੂਸ ਕਰ ਰਹੇ ਹਾਂ। ਉਹ ਮੀਆਂ ਜੀ ਅਫਜ਼ਲ ਹੁਸੈਨ ਤਾਰੜ ਸਾਹਿਬ ਜੋ ਹੈ ਨਾ, ਉਹ ਸਾਨੂੰ ਆਪਣੀ ਔਲਾਦ ਦੀ ਤਰ੍ਹਾਂ ਸਮਝਦੇ ਸਨ, ਬੇਟੇ ਦੀ ਤਰ੍ਹਾਂ ਸਮਝਦੇ ਸਨ। ਤੇ ਦੂਸਰੇ ਨੰਬਰ ਤੇ ਪੂਰੀ ਫੈਮਿਲੀ ਜਿਹੜੀ ਹੈ, ਬਾਜੀ ਸਹਿਰਾ ਅਫਜ਼ਲ, ਤਬਰ ਹੁਸੈਨ, ਚੌਧਰੀ ਮੁਜ਼ੱਫਰ ਹੁਸੈਨ, ਇਹ ਸਾਰੇ ਜਿਹੜੇ ਨੇ ਇਹ ਹਰ ਕਿਸੇ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ। ਠੀਕ ਹੈ, ਤੁਸੀਂ ਪੂਰੇ ਜ਼ਿਲ੍ਹੇ ਹਾਫਜ਼ਾਬਾਦ ਦੇ ਵਿੱਚ ਦੂਸਰੇ ਸਿਆਸਤਦਾਨਾਂ ਨੂੰ ਵੇਖ ਲਓ, ਇਹਨਾਂ ਦਾ ਮੁਆਜ਼ਨਾ ਕਰ ਲਓ, ਇਹ ਹਰ ਆਉਣ ਵਾਲੇ ਬੰਦੇ ਦੀ ਆਨਰ ਕਰਦੇ ਨੇ, ਇੱਜ਼ਤ ਦਿੰਦੇ ਨੇ, ਔਰ ਬੜੇ ਅੱਛੇ ਇਖਲਾਕ ਨਾਲ ਪੇਸ਼ ਆਉਂਦੇ ਨੇ, ਲਿਹਾਜ਼ਾ ਕਿ ਦੂਸਰੇ ਇਹ ਚੀਜ਼ਾਂ ਨਹੀਂ ਪਾਈ ਜਾਂਦੀਆਂ। ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਹਾਫਜ਼ਾਬਾਦ ਦੇ ਵਿੱਚ ਇਸ ਦੌਰ ਤੋਂ ਪਹਿਲਾਂ ਜਿਹੜੇ ਦੂਸਰੀ ਪਾਰਟੀ ਬਰਸਰ ਇਕਤਦਾਰ ਸੀ, ਹਾਫਜ਼ਾਬਾਦ ਤੇ ਬਹੁਤ ਜ਼ਿਆਦਾ ਗਰੁੱਪ ਬਣ ਗਏ ਸਨ, ਮੁਖਤਲਿਫ ਜਿਹੜੇ ਨਾ ਬਦਮਾਸ਼ ਗਰੁੱਪ ਜਿਹਨੂੰ ਆਉਂਦੇ ਨੇ, ਤੇ ਉਹਨਾਂ ਦੀ ਸਰਪ੍ਰਸਤੀ ਸਿਆਸਤਦਾਨ ਹੀ ਕਰਦੇ ਸਨ। ਜਿਸ ਵਕਤ ਨੂਨ ਲੀਗ ਦਾ ਦੌਰ ਆਇਆ ਤੇ ਨਾ ਸਭ ਤੋਂ ਪਹਿਲਾਂ ਉਹ ਗਰੁੱਪ ਜਿਹੜੇ ਨੇ, ਜਿਹੜੇ ਡਕੈਤੀਆਂ, ਵਾਰਦਾਤਾਂ, ਚੋਰੀਆਂ, ਬਦਮਾਸ਼ੀ, ਗੁੰਡਾਗਰਦੀ, ਕਬਜ਼ਾ ਗਰੁੱਪ ਜਿਹੜੇ ਸਨ, ਉਹਨਾਂ ਸਾਰਿਆਂ ਨੂੰ ਖਤਮ ਕੀਤਾ। ਠੀਕ ਹੈ, DPO ਨੂੰ ਇਹ ਟਾਸਕ ਦਿੱਤਾ ਗਿਆ ਸੀ, ਬਸ ਸਾਡੇ ਜਿਹੜਾ ਜ਼ਿਲ੍ਹਾ ਹਾਫਜ਼ਾਬਾਦ ਹੈ ਔਰ ਅਮਨ ਸਾਡਾ ਸ਼ਹਿਰ ਹੈ ਔਰ ਅਮਨ ਲੋਕ ਨੇ, ਤੇ ਇਹਨਾਂ ਨੂੰ ਬਦਮਾਸ਼ਾਂ ਨੂੰ ਖਤਮ ਕੀਤਾ ਜਾਏ। ਦੂਸਰੇ ਨੰਬਰ ਤੇ ਤੁਸੀਂ ਇਹ ਹਰ ਦੌਰ ਦੇ ਵਿੱਚ ਵੀ ਜਿਸ ਵਕਤ ਇਸ ਫੈਮਿਲੀ ਬਰਸਰ ਇਕਤਦਾਰ ਆਈ ਹੈ, ਤੁਹਾਡੇ ਹਾਫਜ਼ਾਬਾਦ ਦੇ ਵਿੱਚ ਜਿਹੜੇ ਨਾ ਲੜਾਈ ਝਗੜੇ ਉਹ ਬਿਲਕੁਲ ਤਕਰੀਬਨ 0% ਹੋ ਜਾਂਦੇ ਨੇ। ਇਸ ਤੋਂ ਇਲਾਵਾ ਤੁਸੀਂ ਥਾਣੇ ਦੇ FIRਾਂ ਦੀ ਤੁਸੀਂ ਰੇਸ਼ੋ ਵੇਖ ਲਓ, ਬਹੁਤ ਜ਼ਿਆਦਾ ਹੁੰਦੀ ਹੈ। ਤੇ ਸਾਡੇ ਤੁਸੀਂ ਵੇਖ ਲਓ, ਕੋਲੋਂ ਦੇ ਤੁਸੀਂ ਵੇਖ ਲਓ, ਜਿਸ ਵਕਤ ਦੀ ਨੂਨ ਲੀਗ ਦੀ ਹਕੂਮਤ ਆਈ ਹੈ ਤੇ ਸਾਡੇ ਜਿਹੜੇ ਸਰਬਰਾਹ ਨੇ ਬਾਜੀ ਸਹਿਰਾ, ਸਾਡੀ ਲੀਡਰ ਤਬਰ ਹੁਸੈਨ, ਚੌਧਰੀ ਮੁਜ਼ੱਫਰ ਹੁਸੈਨ ਤਾਰੜ ਸਾਹਿਬ, ਤੇ ਇਹਨਾਂ ਕਿਸੇ ਦੀ ਸਰਪ੍ਰਸਤੀ ਨਹੀਂ ਕੀਤੀ, ਕਿਸੇ ਨਸ਼ਾ ਵੇਚਣ ਵਾਲੇ ਦੀ, ਕਿਸੇ ਗੁੰਡਾਗਰਦੀ ਕਰਨ ਵਾਲੇ ਦੀ, ਤੇ ਇਹਨਾਂ ਪਿੰਡ 'ਚ ਵੀ ਅਮਨ ਬਹਾਲ ਕੀਤਾ ਔਰ ਜ਼ਿਲ੍ਹੇ ਹਾਫਜ਼ਾਬਾਦ ਦੇ 'ਚ ਬਿਲਕੁਲ ਸਾਰੇ। ਤੇ ਅਸੀਂ ਵੇਖਦੇ ਹਾਂ ਵੀ ਤਬਰ ਹੁਸੈਨ ਜਾਂ ਮੁਜ਼ੱਫਰ ਹੁਸੈਨ ਤਾਰੜ ਜਿਹੜੇ ਨੇ ਇੰਨੇ ਜਗੀਰਦਾਰ ਹੋਣ ਦੇ ਬਾਵਜੂਦ ਉਹਨਾਂ ਦਾ ਮਿਲ ਜੁਲ ਜਿਹੜਾ ਉਹ ਬੜਾ ਆਜਜ਼ਾਨਾ ਜਾਂ ਬੜੇ ਅੱਛੇ ਤਰੀਕੇ ਦੇ ਨਾਲ ਮਿਲਦੇ ਨੇ ਹਰ ਕਿਸੇ ਨੂੰ। ਤੇ ਇਹ ਦੱਸੋ ਵੀ ਕੋਲੋ ਤਾਰੜ ਦੇ ਵਿੱਚ ਜਾਂ ਗਿਰਦਨਵਾਹ ਦੇ ਵਿੱਚ ਪਿਛਲੇ 1.5-2 ਸਾਲ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋਈਆਂ ਨੇ, ਜਿਨ੍ਹਾਂ ਦੇ ਮਾਲ ਡੰਗਰ ਵੀ ਚੋਰੀ ਹੋਏ ਨੇ, ਮੋਟਰਸਾਈਕਲ ਵਗੈਰਾ ਵੀ ਚੋਰੀ ਹੋਏ ਨੇ। ਇਸ ਹਵਾਲੇ ਦੇ ਨਾਲ ਤੁਸੀਂ ਕੀ ਇਕਦਾਮਾਤ ਕੀਤੇ ਨੇ? ਉਹ ਜੀ ਬਾਜੀ ਸਹਿਰਾ ਤੇ ਚੌਧਰੀ ਤਬਰ ਹੁਸੈਨ, ਚੌਧਰੀ ਮੁਜ਼ੱਫਰ ਹੁਸੈਨ ਤਾਰੜ ਨਾਲ ਖਸੂਸੀ ਦਿਲਚਸਪੀ ਲੈ ਕੇ SHO ਨੂੰ ਟਾਸਕ ਦਿੱਤਾ ਹੈ, DPO ਸਾਹਿਬ ਨੂੰ, ਤੇ ਉਹਨਾਂ ਰਿਕਵਰੀ ਕਰਵਾ ਕੇ ਕਾਫੀ ਰਿਕਵਰੀ ਸਾਡੇ ਗਾਉਂ ਕੋਲੋਂ ਤਾਰੜ ਦੇ ਅਸਾਂ ਖੁਦ ਲੈ ਕੇ ਦਿੱਤੀ ਹੈ ਕੈਸ਼। ਤੇ ਇਨਸ਼ਾਅੱਲਾ 2-4 ਹੋਰ ਰਹਿ ਗਈਆਂ, ਤਾਂ ਅਸੀਂ ਹੁਣ ਮੁਲਾਕਾਤ ਕਰਕੇ ਆਏ SHO ਨਾਲ, ਤੇ ਤੁਹਾਡੇ ਸਾਹਮਣੇ ਉਹ ਮੋਟਰਸਾਈਕਲ ਵੀ ਅਬੂ ਬਕਰ ਗਿੱਲ ਦਾ ਰਿਕਵਰ ਹੋਇਆ। ਤੇ ਇਸ ਤਰ੍ਹਾਂ ਇਨਸ਼ਾਅੱਲਾ ਅਸੀਂ ਇਹ ਸਾਰੀਆਂ ਰਿਕਵਰੀਆਂ ਲੈ ਕੇ ਦੇਣੇ ਪਏ ਹਾਂ। ਤੇ
सारे सारा आवाम दी खिदमत जिहड़ी है बहुत वड्डी चीज़ है। अगर किसी का कोई नुकसान होया है वो पूरा करवा देना गरीब आवाम जिहड़ी मेहनत कश है उन्हां वास्ते बहुत खुशी दी गल हुंदी है। सारे दसो कोलो तारड़ दे विच निकासी आप दा मसला जिहड़ा है वो बड़ी शिद्दत अख्तियार कर गया। उनकी वजह तो कोलो तारड़ दे विच तकरीबन कई ऐसे इलाके ने जिथे गंद पिया रहिंदा है। इस हवाले दे नाल की इकदाम कर रहे हो? ਤੇ ਨਿਕਾਸੀ ਦਾ ਤਾਂ ਜੀ ਬਹੁਤ ਸਾਡਾ ਪੁਰਾਣਾ ਮਸਲਾ ਹੈ ਤੇ ਕਾਫੀ ਲੋਕ ਜਿਹੜੇ ਪਰੇਸ਼ਾਨ ਨੇ, ਲੇਕਿਨ ਇਹ ਇਨਸ਼ਾਅੱਲਾ ਬਾਜੀ ਸਹਿਰਾ ਦੀ ਹਦਾਇਤ ਦੇ ਮੁਤਾਬਕ ਸਰਵੇ ਕਰਵਾਇਆ तो टीम आई सी सारी सर्वे कीते इंशाअल्लाह ताला 100 साल तक ਜਿਹੜਾ ਨਿਕਾਸੀ ਦਾ ਪ੍ਰੋਬਲਮ ਜਿਹੜਾ ਇਨਸ਼ਾਅੱਲਾ ਨਹੀਂ ਆਵੇਗਾ, ਹੱਲ ਹੋ ਜਾਏਗਾ। ਐਡਾ ਵੱਡਾ ਪ੍ਰੋਜੈਕਟ ਆ ਰਿਹਾ? ਹਾਂਜੀ ਬਹੁਤ ਬੜਾ ਸੀਵਰੇਜ ਪਾ ਰਹੇ ਆ ਤੇ ਮਜ਼ੀਦ ਇਹ ਸਾਰਾ ਜਿਹੜਾ ਨਾ ਤੁਹਾਨੂੰ ਤਫਸੀਲ ਜਿਹੜਾ ਕਾਸਮ ਸਾਹਿਬ ਦੱਸਦੇ ਨੇ ਤੇ ਜਿਹੜੇ ਤਰੱਕੀਆਤੀ ਕੰਮ ਸਾਡੇ ਪਿੰਡ ਚ ਹੋਏ ਨੇ ਜਾਂ ਸਵਾਲ ਨਿਕਾਸੀ ਦੀ ਤਫਸੀਲ ਇਹ ਦੱਸਦੇ ਨੇ ਜੀ। ਕਾਸਮ ਤਾਰੜ ਸਾਹਿਬ ਸਾਡੇ ਨੌਜਵਾਨ ਕਿਆਦਤ ਹੈ ਸਾਡੀ ਜੀ ਤੇ ਅੱਲਾ ਦੇ ਫਜ਼ਲ ਨਾਲ ਨਵਾਂ ਖੂਨ ਹੈ ਤੇ ਬੜੀ ਦਿਲਚਸਪੀ ਨਾਲ ਕੰਮ ਕਰਦੇ ਨੇ, ਲੋਕਾਂ ਦੀ ਖਿਦਮਤ ਕਰ ਰਹੇ ਨੇ ਤੇ ਜੋ ਇਹਨਾਂ ਨੂੰ ਬਾਜੀ ਸਹਿਰਾ ਅਫਜ਼ਲ ਤਾਰੜ ਹਦਾਇਤ ਕਰਦੇ ਨੇ ਉਹਨਾਂ ਤੋਂ ਬਿਲਕੁਲ ਜ਼ਿਆਦਾ ਹੀ ਉਹਨਾਂ ਨੂੰ ਪ੍ਰੋਗਰੈਸ ਦਿੰਦੇ ਨੇ ਜੀ। ਤੇ ਸਾਡੇ ਨਾਲ ਕਾਸਮ ਤਾਰੜ ਸਾਹਿਬ ਮੌਜੂਦ ਨੇ, ਸਾਡੇ ਮੇਰੇ ਉਸਤਾਦ ਮਾਰ ਖਾਦਮ ਹੁਸੈਨ ਸਾਹਿਬ ਨੇ। ਬਈ ਕਾਸਮ ਰਾਂਦੇਵਾਲ ਸਾਨੂੰ ਕਰ ਦਿੱਤਾ ਹੈ ਤੇ ਬਈ ਕਾਸਮ ਸਾਹਿਬ ਉਹ ਨੇ ਵੀ 1 ਸਾਲ ਜਾਂ 1.5-2 ਸਾਲ ਦੇ ਵਿੱਚ ਕੋਲੋ ਤਾਰੜ ਦੇ ਗਿਰਦਨਵਾਦ ਦੇ ਵਿੱਚ ਜਿੰਨੇ ਤਰੱਕੀਆਤੀ ਕੰਮ ਹੋਏ ਨੇ ਅਸਾਂ ਵੇਖਿਆ ਜੀ ਹਰ ਜਗ੍ਹਾ ਤੇ ਬਈ ਕਾਸਮ ਤਾਰੜ ਸਾਹਿਬ ਜਿਹੜੇ ਨੇ ਉਹ ਮੌਜੂਦ ਹੋਏ ਨੇ ਤੇ ਇਹ ਕੋਲੋ ਤਾਰੜ ਦੇ ਸੀਨੀਅਰ ਨਾਇਬ ਸਦਰ ਵੀ ਨੇ ਮੁਸਲਿਮ ਲੀਗ ਨੂਨ ਦੇ। ਕਾਸਮ ਭਾਈ ਵੈਲਕਮ ਆਖਨੇ ਤੁਹਾਨੂੰ। ਬਹੁਤ ਸ਼ੁਕਰੀਆ, ਮਿਹਰਬਾਨੀ। ਕਾਸਮ ਭਾਈ ਸੀਵਰੇਜ ਦੀ ਗੱਲ ਹੋ ਰਹੀ ਸੀ, ਸਰ ਕਹਿ ਰਿਹਾ ਸੀ ਵੀ ਸੀਵਰੇਜ ਦੇ ਹਵਾਲੇ ਦੇ ਨਾਲ ਤੁਹਾਡੇ ਕੋਲ ਤਫਸੀਲਾਤ ਹੈ। ਕੋਲੋ ਤਾਰੜ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਵਾਸਤੇ ਕੀ ਇਕਦਾਮਾਤ ਕੀਤੇ ਜਾ ਰਹੇ ਨੇ? ਵੇਖੋ ਜੀ ਗੁਰਾਇਆ ਸਾਹਿਬ, ਚੀਜ਼ ਇਹ ਵੇ ਕਿ ਇਲੈਕਸ਼ਨ ਦੇ ਵਿੱਚ ਅਸਾਂ ਆਵਾਮ ਨਾਲ ਵਾਅਦਾ ਕੀਤਾ ਸੀ ਕਿ ਇਹ ਕੋਲੋ ਤਾਰੜ ਦਾ ਬਹੁਤ ਵੱਡਾ ਮਸਲਾ ਨਿਕਾਸੀ ਦਾ। ਲੋਕਾਂ ਦੀਆਂ ਗਲੀਆਂ ਦੇ ਵਿੱਚ ਪਾਣੀ ਖਲੋਤੇ ਨੇ, ਨਿਕਾਸ ਹੈ ਹੀ ਕੋਈ ਨਹੀਂ। ਅਸਾਂ ਵਾਅਦਾ ਕੀਤਾ ਸੀ ਕਿ ਇਨਸ਼ਾਅੱਲਾ ਅਸੀਂ ਇਲੈਕਸ਼ਨ ਤੋਂ ਬਾਅਦ ਇਹ ਮਸਲਾ ਹੱਲ ਕਰਾਂਗੇ। ਅਸਾਂ ਆਪਣੀ ਕਿਆਦਤ ਦੇ ਨੋਟਿਸ ਦੇ ਵਿੱਚ ਇਹ ਗੱਲ ਦਿੱਤੀ। ਉਹਨਾਂ ਆਗਾਮੀ ਤੌਰ ਤੇ ਮੁਕਾਮੀ ਅਫੀਸ਼ੀਅਲਸ ਨੂੰ ਇੱਥੇ ਬੁਲਾਇਆ, ਇਹਦਾ ਸਰਵੇ ਕਰਵਾਇਆ। ਉਹਦਾ ਉਹਨਾਂ ਕਿਹਾ ਜੀ ਐਸਟੀਮੇਟ ਲਾ ਕੇ ਫੌਰਨ ਮੈਨੂੰ ਦਿਓ। ਉਹਨਾਂ ਐਸਟੀਮੇਟ ਲਾ ਕੇ ਮੁਹਤਰਮਾਂ ਨੂੰ ਦੇ ਦਿੱਤਾ ਔਰ ਇਨਸ਼ਾਅੱਲਾ ਇਹ ਜੂਨ ਦੇ ਬਜਟ ਤੋਂ ਬਾਅਦ ਇਹ ਸਕੀਮ ਸਾਡੀ ਚਲੀ ਜਾਏਗੀ ਔਰ ਇਨਸ਼ਾਅੱਲਾ ਜੂਨ ਦੇ ਬਜਟ ਤੋਂ ਬਾਅਦ ਇਹ ਅਸੀਂ ਇਨਸ਼ਾਅੱਲਾ ਆਗਾਮੀ ਤੌਰ ਤੇ ਕੰਮ ਸ਼ੁਰੂ ਕਰ ਦਿਆਂਗੇ। ਉਹਦੇ ਵਿੱਚ ਇਹ ਵੇ ਕਿ ਅਸੀਂ ਇੱਕ ਸੇਵਰ ਲਾਈਨ ਪਾ ਰਹੇ ਹਾਂ ਅੱਡੇ ਵਾਲੇ ਚੌਕ ਤੋਂ ਲੈ ਕੇ ਤੇ ਹਸਪੀਟਲ ਰੋਡ ਤੋਂ ਜਾਏਦਾ। ਠੀਕ ਹੈ। ਹਸਪੀਟਲ ਰੋਡ ਤੇ ਹਸਪੀਟਲ ਦੇ ਵਿੱਚ ਇੱਕ ਡਿਸਪੋਜ਼ਲ ਬਣੇਦਾ ਜਿਹੜਾ ਉਹ ਪਾਣੀ ਚੁੱਕ ਕੇ ਤੇ ਪਰਾਂ ਸੇਮ ਦੇ ਵਿੱਚ ਸੱਟੇਦਾ। ਠੀਕ ਹੈ। ਦੂਸਰਾ ਅਸੀਂ ਇੱਕ ਨਾਲਾ ਬਣਾ ਰਹੇ ਹਾਂ ਨਵਾਂ, ਉਹ ਅਕਬਰ ਕਲੋਨੀ ਤੋਂ ਲੈ ਕੇ ਮਤਲਬ ਜਿਹੜਾ ਉਹ ਕਾਲਜ ਨਵਾਂ ਬਣਿਆ ਉਹ ਸੜਕ ਦੇ ਨਾਲ ਨਾਲ ਨਾਲਾ ਬਣੇਦਾ। ਅੱਗੋਂ ਪੰਪ ਦੇ ਕੋਲ ਪੁਲੀ ਬਣ ਕੇ ਕ੍ਰਾਸਿੰਗ ਪਾ ਕੇ ਤੇ ਵੱਡੇ ਨਾਲੇ ਦੇ ਨਾਲ ਅਸੀਂ ਅਟੈਚ ਕਰ ਦਿਆਂਗੇ। ਠੀਕ ਹੈ। ਉਸ ਤੋਂ ਬਾਅਦ ਤੀਸਰਾ ਜਿਹੜਾ ਨਿਕਾਸ ਦਾ ਮਸਲਾ ਆ ਰਿਹਾ ਸੀ ਉਹ ਆ ਰਿਹਾ ਸੀ ਮੀਆਂ ਜੀ ਅਫਜ਼ਲ ਹੁਸੈਨ ਦੇ ਡੇਰੇ ਦੀ ਬੈਕ ਸਾਈਡ ਤੇ, ਕਿਉਂਕਿ ਅੱਗੋਂ ਤੁਹਾਨੂੰ ਪਤਾ ਖਾਲ ਬੰਦ ਹੋ ਗਿਆ, ਲੋਕਾਂ ਦਾ ਉਹ ਪਾਣੀ ਉੱਥੇ ਨਾਲਾ ਬੜੀ ਦੇਰ ਦਾ ਬੜਾ ਪੁਰਾਣਾ ਨਾਲਾ ਬੰਦ ਹੈ। ਉਹਦਾ ਵੀ ਉਹ ਇੰਜੀਨੀਅਰ ਸਾਹਿਬ ਆਏ ਸਨ, ਉਹਨਾਂ ਉਹਦਾ ਸਾਨੂੰ ਦੱਸਿਆ ਇਹ ਨਾਲਾ ਇੱਥੋਂ ਮੀਆਂ ਜੀ ਦੇ ਡੇਰੇ ਕੋਲ ਬੰਦ ਕਰਕੇ ਇਹਨੂੰ ਨਵੇਂ ਸਿਰੇ ਨੂੰ ਬਣਾਵਾਂਗੇ ਔਰ ਇਹਦੀ ਜਿਹੜੀ ਇਹ ਟਾਲ ਇਹ ਪਰਲੇ ਪਾਸੇ ਸ਼ਰੀਫਪੁਰੇ ਵਾਲੀ ਸਾਈਡ ਤੇ ਕਰਕੇ ਤੇ ਉਹ ਲੋਹੇ ਵਾਲੇ ਪਾਸੇ ਜਿਹੜਾ ਖਾਲ ਜਾਂਦਾ ਉਹਦੇ ਵਿੱਚ ਹਾਈ ਸਕੂਲ ਵਾਲੀ ਸਾਈਡ ਤੇ ਜਿਹੜਾ ਖਾਲ ਜਾਂਦਾ ਉਸ ਪਾਸੇ ਇਹ ਪਾਣੀ ਚਲਾ ਜਾਏਗਾ। ਔਰ ਅਗਰ ਇਹ ਸਿਸਟਮ ਸਾਰਾ ਇਨਸ਼ਾਅੱਲਾ ਜਿਹੜਾ ਕਿ ਹੋਣਾ ਹੋ ਗਿਆ ਤੇ ਇਨਸ਼ਾਅੱਲਾ ਸਾਡੇ ਪਿੰਡ ਦਾ ਨਿਕਾਸ ਬਿਲਕੁਲ ਠੀਕ ਹੋ ਜਾਏਗਾ। ਫਿਰ ਉਹੀ ਗੱਲ ਹੈ ਜਿਹੜਾ ਸਰ ਵੀ ਕਹਿ ਰਹੇ ਨੇ ਵੀ ਅਗਲੇ 100 ਸਾਲ ਤੱਕ ਸਾਡਾ ਨਿਕਾਸੀ ਦਾ ਮਸਲਾ ਨਹੀਂ ਬਣੇਗਾ। ਬਿਲਕੁਲ ਇਨਸ਼ਾਅੱਲਾ। ਅੱਛਾ ਇਹ ਦੱਸੋ ਜਿਹੜਾ ਕਬਰਸਤਾਨ ਰੋਡ ਜਾਂ ਹਸਪੀਟਲ ਰੋਡ ਦੇ ਉੱਤੇ ਤੁਸੀਂ ਸੀਵਰੇਜ ਪਾਣੀ ਹੈ ਉਹਦੇ ਵਾਸਤੇ ਰੋਡ ਪਟਿਆ ਜਾਏਗਾ ਜਾਂ ਕਿਸ ਤਰ੍ਹਾਂ ਹੀ ਹੋਵੇਗਾ? ਨਹੀਂ, ਮੇਰੇ ਖਿਆਲ ਨਾਲ ਜੀ ਰੋਡ ਸਾਨੂੰ ਪੱਟਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਸਾਈਡ ਤੇ ਟਫ ਟਾਈਲ ਲੱਗੀ ਹੈ। ਇਹ 2 ਫੁੱਟ ਦਾ ਪਾਈਪ ਪੈਣਾ ਉਹਦੇ ਵਾਸਤੇ ਸਾਨੂੰ ਮੇਨ ਰੋਡ ਪੱਟਣ ਦੀ ਨੌਬਤ ਨਹੀਂ ਆਉਣੀ। ਉਹ ਸਾਨੂੰ ਟਫ ਟਾਈਲ ਹੀ ਉਹਨੂੰ ਉੱਤੋਂ ਉਖਾੜ ਕੇ ਤੇ ਅਸੀਂ ਨਾਲ ਦਾ ਨਾਲਾ ਖਤਮ ਹੋ ਜਾਏਗਾ। ਹਾਂਜੀ ਖਤਮ। ਫਿਰ ਜਗ੍ਹਾ ਇੰਨੀ ਹੈ ਵੀ ਉੱਥੇ 2 ਫੁੱਟ ਦੀ ਜਿਹੜਾ ਨਾ ਉਹ ਪੈ ਸਕਦਾ ਹੈ। ਅਗਰ ਇਹ ਕੰਮ ਹੋ ਜਾਏ ਤੇ ਫਿਰ ਕੋਲ ਵਾਸਤੇ ਬਹੁਤ ਵੱਡੀ ਗੱਲ, ਬਹੁਤ ਵੱਡਾ ਇਹ ਜਿਹੜਾ ਸੀ ਨਾ ਇਹ ਵੱਡਾ ਪ੍ਰੋਜੈਕਟ ਇਹ ਸਮਝ ਲਓ ਵੀ ਇਹ 100 ਸਾਲਾ ਪ੍ਰੋਜੈਕਟ ਹੈ। ਅੱਛਾ ਸਰ ਇਹ 2 ਹੀ ਮਸਲੇ ਨੇ ਔਰ ਇਨਸ਼ਾਅੱਲਾ ਇਹ ਨਿਕਾਸ ਔਰ ਦੂਸਰਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਅਸੀਂ ਇੱਕ ਕੋਲੋਂ ਨੂੰ ਬਾਈਪਾਸ ਵੀ ਗਿਫਟ ਕਰ ਰਹੇ ਹਾਂ। ਅੱਛਾ ਇਹ ਨਵੀਂ ਇੱਕ ਬ੍ਰੇਕਿੰਗ ਨਿਊਜ਼। ਹਾਂਜੀ ਉਹ ਇਨਸ਼ਾਅੱਲਾ ਅਸੀਂ ਆ ਜੰਜੂਆ ਹਾਊਸ ਤੋਂ ਲੈ ਕੇ ਤੇ ਅਲਾਈਡ ਸਕੂਲ ਤੱਕ ਇਹਦੇ ਵਿੱਚੋਂ ਅਸੀਂ ਇੱਕ ਬਾਈਪਾਸ ਦਿਆਂਗੇ ਜਿਹੜਾ ਨਹਿਰ ਨੂੰ ਟੱਚ ਕਰੇਗਾ ਔਰ ਨਹਿਰ ਤੋਂ ਲੈ ਕੇ ਇਹ ਇਨਸ਼ਾਅੱਲਾ ਖਾਨਪੁਰ ਰੋਡ ਨੂੰ ਟੱਚ ਕਰੇਗਾ। ਸਾਰੇ ਇਹਦੇ ਨਾਲ ਤੇ ਕੋਲੋਂ ਦਾ ਬਰਡਨ ਘਟ ਜਾਏਗਾ। ਹਾਂਜੀ ਰਸ਼ ਜਿਹੜਾ ਤਮਾਮ ਵੱਡੀਆਂ ਗੱਡੀਆਂ ਜਿਹੜੀਆਂ ਬਾਹਰੋਂ ਜਾ ਰਹੀਆਂ ਨੇ ਉਹ ਕੋਲੋਂ ਨੂੰ ਮੁਸਤਫੀਦ ਕਰਨਗੀਆਂ। ਹਾਂਜੀ ਬਿਲਕੁਲ। ਔਰ ਤੁਹਾਡਾ ਵੇਖ ਲਓ ਜਿੰਨੇ ਪਿੰਡ ਨੇ ਮਲਕ ਵਾਲਾ, ਅੱਕਾਂ ਵਾਲਾ, ਰਾਗੋ ਸਈਦਾਂ ਔਰ ਜਿੰਨੀ ਤੁਹਾਡੀ ਕੱਦੀ ਹੈ ਇਹ ਸਾਰੀ ਬਾਹਰੋਂ ਬਾਹਰ ਚਲੀ ਜਾਏਗੀ। ਪਿੰਡ ਤੇ ਬਰਡਨ ਘਟ ਜਾਂਦਾ ਇਸ ਚੀਜ਼ ਦਾ। ਇਹਦੇ ਨਾਲ ਕੋਲੋਂ ਦੀ ਫਿਰ ਤਜਾਰਤ ਵੀ ਜ਼ਾਰੀ ਗੱਲ ਵਧੇਗੀ। ਹਾਂਜੀ ਇਨਸ਼ਾਅੱਲਾ। ਇਹ ਬਹੁਤ ਵੱਡਾ ਜੀ ਐਲਾਨ ਕਰ ਰਹੇ ਨੇ ਕਾਸਮ ਭਾਈ ਵੀ ਕੋਲੋ ਤਾਰੜ ਨੂੰ ਜਲਦ ਇੱਕ ਬਾਈਪਾਸ ਦਿੱਤਾ ਜਾ ਰਿਹਾ। ਇਹ ਕਿੰਨੀ ਦੇਰ ਤੱਕ ਸ਼ੁਰੂ ਹੋ ਰਿਹਾ? ਇਹ ਇਨਸ਼ਾਅੱਲਾ ਪਹਿਲਾਂ ਅਸੀਂ ਨਿਕਾਸ ਦਾ ਕੰਮ ਸ਼ੁਰੂ ਕਰਾਂਗੇ ਜੁਲਾਈ ਅਗਸਤ ਦੇ ਵਿੱਚ, ਉਦੋਂ ਬਾਅਦ ਸਾਡੀ ਪ੍ਰਾਇੋਰਟੀ ਤੇ ਹੋਵੇਗਾ ਕਿ ਅਸੀਂ ਬਾਈਪਾਸ ਤੇ ਬੜੀ ਬਹੁਤ ਵੱਡੀ ਖੁਸ਼ਖਬਰੀ ਹੈ ਕੋਲੋ ਦੀ ਆਵਾਮ ਵਾਸਤੇ। ਨਾ ਸਿਰਫ ਕੋਲੋ ਦੀ ਆਵਾਮ ਵਾਸਤੇ ਬਲਕਿ ਇਹ ਜਿੰਨੇ ਵੀ ਕੋਲੋ ਤੋਂ ਲੈ ਕੇ ਦਰਿਆ ਤੱਕ ਪਿੰਡ ਨੇ ਸਾਰਿਆਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਉਹ ਫਸ ਜਾਂਦੇ ਨੇ ਕੋਲੋ ਦੇ ਵਿੱਚ। ਸਰ ਕੋਲੋ ਤਾਰੜ ਤੋਂ ਅਗਰ ਕੋਟ ਇਸਾਕ ਜਾਣਾ ਹੋਵੇ ਰਸਤੇ ਦੇ ਵਿੱਚ ਮਲਕ ਵਾਲੇ ਦੀ ਸੇਮ ਆਂਦੀ ਹੈ
ਉਹਦੇ ਉਹ ਸੇਮ ਨੇ ਬੜੀ ਕੀਮਤੀ ਜਾਨਾਂ ਜ਼ਾਇਆ ਕਰ ਦਿੱਤੀਆਂ ਨੇ, ਉਹਦੇ ਉੱਤੇ ਕੋਈ ਏਡਾ ਲੰਮਾ ਚੌੜਾ ਕੰਮ ਵੀ ਕੋਈ ਨਹੀਂ, ਉਹਦਾ ਕੋਈ ਮਸਲਾ ਨਹੀਂ ਹੱਲ ਕਰ ਸਕਦੇ ਵੀ ਕਮ ਅਜ਼ ਕਮ ਜਾਨਾਂ ਜਿਹੜੀਆਂ ਨੇ ਉਹ ਬਚ ਸਕਣ। ਨਹੀਂ ਗੁਰੈਸ ਸਾਹਿਬ, ਉਹ ਪਿੱਛੇ ਜਿਹਾ ਬੜਾ ਅਲਮਨਾਕ ਹਾਦਸਾ ਹੋਇਆ, ਉੱਥੇ 3 ਜਾਨਾਂ ਗਈਆਂ ਔਰ ਇਨਸ਼ਾਅੱਲਾ ਅਸੀਂ ਮਾਂ ਆਪਣੇ ਜਵਾਨ ਬੱਚਿਆਂ ਦੇ ਨਾਲ ਉੱਥੇ ਜਵਾਨ ਬੱਚੇ 2 ਫੌਤ ਹੋ ਗਏ, ਵਾਲਦਾ ਫੌਤ ਹੋ ਗਈ, ਔਰ ਇਨਸ਼ਾਅੱਲਾ ਅਸੀਂ ਕੋਈ ਲੰਮਾ ਕਾਰਾ ਨਹੀਂ ਕਰਦੇ, ਅਸੀਂ ਇਨਸ਼ਾਅੱਲਾ 10-15 ਦਿਨ ਦੇ ਵਿੱਚ ਇਹ ਮਸਲਾ ਹੱਲ ਕਰਵਾਉਂਦੇ ਹਾਂ, ਕੋਈ ਦੀਵਾਰਾਂ ਜਿਹੜੀਆਂ ਨੇ ਉਹਨਾਂ ਨੂੰ ਉੱਚੀਆਂ ਕਰਵਾਉਂਦੇ ਹਾਂ ਇਨਸ਼ਾਅੱਲਾ। ਬਹੁਤ ਸ਼ੁਕਰੀਆ ਜੀ, ਇਹ ਵੀ ਬਹੁਤ ਵੱਡਾ ਕੰਮ ਹੈ ਜੀ, ਇੱਕ ਇਨਸਾਨ ਦੀ ਜਾਨ ਬਚਾਈ ਗੋਇਆ ਤੁਸੀਂ ਪੂਰੀ ਇਨਸਾਨੀਅਤ ਦੀ ਜਾਨ ਬਚਾਈ। ਤੇ ਸਾਰੇ ਦੱਸੋ ਕੋਲੋ ਤਾਰੜ ਦੇ ਵਿੱਚ ਜਿੰਨੇ ਵੀ ਤਾਜਰ ਬੈਠੇ ਨੇ ਦੁਕਾਨਦਾਰ ਉਹ 605 ਦਾ ਸ਼ਿਕਾਰ ਨੇ, ਇਹ ਵਿੱਚੋਂ ਇਹ ਖੁੱਲਾ ਹੋਣਾ ਰੋਡ ਕੇ ਕੋਈ ਨਾ, ਇਹਦੇ ਬਾਰੇ ਕੀ ਕਹੋ? ਰੋਡ ਤੇ ਵੇਖੋ ਇਹ ਤੇ ਰੋਡ ਖੁੱਲਾ ਹੋਣਾ ਹੀ ਹੋਣਾ। ਜਿਹੜੀ ਸੜਕ ਦੀ ਪਮਾਇਸ਼ ਹੈ ਉਹ 38 ਹੈ ਜਾਂ 40 ਹੈ, ਉਹ ਉਹਨਾਂ ਗਵਰਨਮੈਂਟ ਨੇ ਆਪਣੀ ਪੂਰੀ ਕਰਨੀ ਹੈ। ਤੇ ਇਹ ਤੇ ਬਲਾ ਤਫਰੀਕ ਹਰ ਜਗ੍ਹਾ ਤੇ ਹੋ ਰਿਹਾ, ਕੋਲੋਂ ਕਿਵੇਂ ਕੋਈ ਬਿਲਕੁਲ ਇਹ ਗੱਲ ਹੈ, ਮਸਜਿਦਾਂ ਤੱਕ ਜਿਹੜੀਆਂ ਨੇ ਅਗਰ ਉਹ ਗਵਰਨਮੈਂਟ ਦੀ ਜਗ੍ਹਾ ਤੇ ਇਹਨਾਂ ਨੂੰ ਹਟਾਣਾ ਪਿਆ, ਤਿਆਰ ਹੋ ਜਾ, ਜ਼ਿਹਨੀ ਤੌਰ ਤੇ ਕੋਲ ਵਾਲੇ ਤਿਆਰ ਹੋ ਜਾਓ। ਹਾਂਜੀ, ਉਹ ਜਿਹੜੀ ਸੜਕ ਦੀ ਪਮਾਇਸ਼ ਹੈ ਉਹ ਅਗਰ 38 ਫੁੱਟ ਹੈ ਤਾਂ ਉਹਨਾਂ 38 ਪੂਰੀ ਕਰਨੀ, ਅਗਰ 40 ਹੈ ਤਾਂ ਉਹਨਾਂ 40 ਕਰਨੀ ਹੈ। ਕਾਸਮ ਭਾਈ, ਕੋਲੋ ਤਾਰੜ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਵੀ ਨੌਜਵਾਨ ਬੱਚੇ ਜਿਹੜੇ ਨੇ ਬੇਰਵਾ ਰਵੀ ਦਾ ਸ਼ਿਕਾਰ ਹੋ ਰਹੇ ਨੇ, ਮਨਸ਼ਿਆਤ ਦੀ ਤਰਫ ਮਾਇਲ ਹੋ ਰਹੇ ਨੇ, ਤੇ ਇਹ ਕੋਈ ਏਡਾ ਵੱਡਾ ਪਿੰਡ ਵੀ ਨਹੀਂ ਜਿੰਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਬੰਦੇ ਬਾਹਰੋਂ ਆ ਕੇ ਬੈਠੇ ਹੋਣ, ਸਾਰਿਆਂ ਨੂੰ ਪਤਾ ਹੈ ਕੌਣ ਮਨਸ਼ਿਆਤ ਵੇਚ ਰਿਹਾ ਤੇ ਕੌਣ ਕਰ ਰਿਹਾ, ਇਹਦੇ ਬਾਰੇ ਕਿਉਂ ਨਹੀਂ ਇਕਦਾਮਾਤ ਹੁੰਦੇ? ਨਹੀਂ ਗੁਰੈਸ ਸਾਹਿਬ, ਉਹਦੇ ਚੇਵੇ ਕਿ ਮੈਂ ਤੇ ਭਾਈ ਖਾਤਮ ਹੁਸੈਨ ਅਸੀਂ ਗਏ SHO ਸਾਹਿਬ ਕੋ, ਉਹਨਾਂ ਨਾਲ ਅਸਾਂ ਗੱਲ ਕੀਤੀ ਇਸ ਮਾਮਲੇ ਦੇ ਵਿੱਚ, ਔਰ ਬਿਲਕੁਲ ਅਸੀਂ ਸਖਤੀ ਨਾਲ ਨਿਪਟਾਂਦੇ, ਤੁਸੀਂ ਵੀ ਸਾਡੀ ਮਦਦ ਕਰੋ, ਨਿਸ਼ਾਨਦੇਹੀ ਕਰੋ ਉਹਨਾਂ ਬੰਦਿਆਂ ਦੀ, ਬਲਕਿ ਸਾਡੀ ਤੇ ਕਿਆਦਤ ਜਿਹੜੀ ਜੇ ਉਹਨੇ ਕਦੀ ਨਸ਼ੇ ਦੀ ਜਾਂ ਕਿਸੇ ਬੜੇ ਬੰਦੇ ਦੀ ਸਿਫਾਰਿਸ਼ ਕੀਤੀ ਨਹੀਂ। ਅਸੀਂ ਮਜ਼ੀਦ ਇਨਸ਼ਾਅੱਲਾ 1-2 ਦਿਨ ਤੱਕ ਜਾ ਕੇ DPO ਸਾਹਿਬ ਨੂੰ ਮਿਲਾਂਗੇ ਔਰ ਉਹਨਾਂ ਦੇ ਨੋਟਿਸ ਵਿੱਚ ਵੀ ਇਹ ਗੱਲ ਦਿਆਂਗੇ, ਔਰ ਇਨਸ਼ਾਅੱਲਾ ਤੁਸੀਂ ਵੀ ਸਾਡੀ ਮਦਦ ਕਰੋ, ਨਿਸ਼ਾਨਦੇਹੀ ਕਰੋ। ਬਿਲਕੁਲ ਜੀ, ਇਹ ਤੇ ਪਿੰਡ ਵਾਲੇ ਬੰਦਿਆਂ ਦੀ ਨਿਸ਼ਾਨਦੇਹੀ ਨਾਲ ਹੀ ਪਤਾ ਚੱਲਣਾ ਤੇ ਇਹਦੇ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਕਾਸਮ ਭਾਈ, ਕੋਲੋ ਤਾਰੜ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਮਸਲਾ ਅੜਿਆ ਹੈ, ਕੋਲੋ ਤਾਰੜ ਦੇ ਗਰੀਬ ਬੰਦੇ ਉਹਨਾਂ ਬੜੀ ਮਿਹਨਤ ਦੇ ਨਾਲ ਪੈਸੇ ਕਮਾਏ ਨੇ ਤੇ ਨੂਰਪੁਰਾ ਰੋਡ ਦੇ ਉੱਤੇ ਇੱਕ ਨਿੱਜੀ ਹਾਊਸਿੰਗ ਸੁਸਾਇਟੀ ਹੈ, ਉਹਦੇ ਵਿੱਚ ਇਨਵੈਸਟ ਕੀਤੇ ਨੇ। ਉਹ ਹੁਣ 2 ਬੰਦਿਆਂ ਦੇ ਆਪਸ ਦੇ ਕਿਸੇ ਮਸਲੇ ਦੀ ਵਜ੍ਹਾ ਤੋਂ ਲੋਕ ਜਿਹੜੇ ਨੇ ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਤੋਂ ਕਾਸਰ ਨੇ, ਜਦੋਂ ਕੋਈ ਚੀਜ਼ ਬਣਾਉਣ ਲੱਗਦੇ ਨੇ ਪੁਲਿਸ ਆ ਜਾਂਦੀ ਹੈ, ਇਹਦੇ ਹਵਾਲੇ ਨਾਲ ਤੁਸੀਂ ਕਿਉਂ ਨਹੀਂ ਜ਼ਾਤੀ ਦਿਲਚਸਪੀ ਲੈ ਕੇ ਮਸਲਾ ਹੱਲ ਕਰਦੇ? ਦੇਖੋ ਗੁਰਾਇਆ ਸਾਹਿਬ, ਇਹਨਾਂ ਦੇ ਅੱਗੇ ਵੀ ਡੇਰੇ ਸ਼ੇਰੇ ਬਣੇ ਨੇ, ਇਹਨਾਂ ਦੇ ਫੈਸਲੇ ਹੋਏ ਨੇ, ਲੇਕਿਨ ਬਦਕਿਸਮਤੀ ਇਹ ਵੇ ਕਿਸੇ ਅਮਲ ਦਰਾਮਦ ਨਹੀਂ ਕਰਵਾਇਆ। ਹੁਣ ਚੀਜ਼ ਇਹ ਵੇ ਕਿ ਸਾਰੇ ਮੁਜ਼ੱਫਰ ਹੁਸੈਨ ਕੋ ਗਏ ਨੇ, ਉਹਨਾਂ ਦੇ ਨੋਟਿਸ ਵਿੱਚ ਇਹ ਗੱਲ, ਔਰ ਇਨਸ਼ਾਅੱਲਾ ਅਸੀਂ ਇਸ ਹਫਤੇ ਦੇ ਵਿੱਚ ਦੋਵਾਂ ਫਰੀਕਾਂ ਨੂੰ ਇਕੱਠਿਆਂ ਕਰਨਾ, ਠੀਕ ਹੈ, ਔਰ ਅਸੀਂ ਇਹ ਵਾਅਦਾ ਕਰਨੇ ਆ ਕਿ ਜਿਹੜੇ ਜਿਨ੍ਹਾਂ ਦੇ ਪਲਾਟ ਨੇ ਇਨਸ਼ਾਅੱਲਾ ਕਿਸੇ ਦਾ 1 ਇੰਚ ਦਾ ਵੀ ਅਸੀਂ ਨੁਕਸਾਨ ਨਹੀਂ ਆਉਣ ਦਿੰਦੇ। ਮਾਸ਼ਾਅੱਲਾ ਜੀ, ਬਹੁਤ ਵੱਡੀ ਗੱਲ ਹੈ। ਅੱਛਾ, ਦੁਨੀਆ ਜਿਹੜੀ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਹੀ ਹੈ, ਤੇ ਕੋਲੋ ਤਾਰੜ ਮੈਂ ਹੁਣ ਇਸਲਾਮਾਬਾਦ ਹੁੰਨਾ ਵਾ, ਉੱਥੇ ਇੰਟਰਨੈਟ ਦੀ ਸਪੀਡ ਬੜੀ ਅੱਛੀ ਹੈ। ਕੋਲੋਂ ਆ ਜਾਈਏ ਤੇ ਕੋਈ ਨੈਟਵਰਕ ਜਿਹੜਾ ਉਹ ਸਾਨੂੰ WhatsApp ਦੀ ਤਸਵੀਰ ਬਾਜ਼ੂਕਾ ਡਾਊਨਲੋਡ ਕਰਨ ਦਾ ਮਸਲਾ ਬਣ ਜਾਂਦਾ ਹੈ, ਤੇ ਸਾਡਾ ਜਿਹੜਾ PTCL ਹੈ ਕੋਲੋਂ ਦੇ ਵਿੱਚ ਉਹਨੂੰ ਮਜ਼ੀਦ ਬਿਹਤਰ ਕਰਨ ਵਾਸਤੇ ਬੀਬੀ ਸਹਿਰਾ ਸਾਹਿਬਾ ਜਿਹੜੀਆਂ ਨੇ ਉਹ ਕੀ ਇਕਦਾਮਾਤ ਕਰ ਰਹੀਆਂ ਨੇ? ਇੱਕ ਤੇਜ਼ ਕਰਨ ਵਾਸਤੇ ਫਲੈਸ਼ ਫਾਈਬਰ ਨਾਂ ਦੀ ਇੱਕ PTCL ਦੇ ਨਾਲ ਮੁੰਸਲਿਕ ਹੁੰਦੀ ਹੈ ਚੀਜ਼, ਉਹਦੇ ਵਾਸਤੇ ਕੀ ਕਰੋਗੇ? ਉਹ ਹਾਫਿਜ਼ ਅਸਗਰ ਸਾਹਿਬ ਮੇਰੇ ਨੋਟਿਸ ਵਿੱਚ ਗੱਲ ਦਿੱਤੀ ਹੈ, ਇਨਸ਼ਾਅੱਲਾ ਬਾਜੀ ਆਉਂਦੇ ਨੇ ਤਾਂ ਮੈਂ ਹਾਫਿਜ਼ ਸਾਹਿਬ ਨਾਲ ਲਿਜਾ ਕੇ ਉਹ ਜਿਹੜੇ ਮੁਤਲਕਾ ਅਫੀਸ਼ੀਅਲਸ ਨੇ ਉਹਨਾਂ ਨੂੰ ਕਾਲ ਕਰਵਾਉਂਦੇ ਔਰ ਇਨਸ਼ਾਅੱਲਾ ਹੰਗਾਮੀ ਬੁਨਿਆਦਾਂ ਤੇ ਮਸਲਾ ਹੱਲ ਕਰਵਾਉਂਦੇ। ਬਹੁਤ ਸ਼ੁਕਰੀਆ ਕਾਸਮ ਭਾਈ। ਆਖਰ ਤੇ ਕੋਲੋ ਦੀ ਆਵਾਮ ਵਾਸਤੇ ਕੀ ਤੁਹਾਡਾ ਮੈਸੇਜ? ਕੋਲੋ ਦੀ ਆਵਾਮ ਵਾਸਤੇ ਇਹ ਮੈਸੇਜ ਹੈ ਕਿ ਵੇਖੋ, ਗਵਰਨਮੈਂਟ ਨੇ ਕਰੋੜਾਂ ਰੁਪਏ ਲਾ ਕੇ ਸਾਫ਼ ਸੁਥਰਾ ਪੰਜਾਬ ਦੀ ਮੁਹਿੰਮ ਦਾ ਆਗਾਜ਼ ਕੀਤਾ, ਤੇ ਕੋਲੋ ਦੀ ਆਵਾਮ ਵਾਸਤੇ ਇਹ ਮੈਸੇਜ ਹੈ ਕਿ ਸਾਡਾ ਸਾਥ ਦਿਓ। ਅਸਾਂ ਜਗ੍ਹਾ ਜਗ੍ਹਾ ਤੇ ਕੰਟੇਨਰ ਰੱਖੇ ਨੇ, ਲੇਕਿਨ ਲੋਕੀ ਕੰਟੇਨਰ ਦੇ ਵਿੱਚ ਆਪਣਾ ਕੂੜਾ ਕਰਕਟ ਨਹੀਂ ਸੁੱਟਦੇ, ਬਾਹਰ ਸੁੱਟ ਛੱਡਦੇ ਨੇ। ਮਤਲਬ ਇਹ ਕੋਈ ਇੰਨਾ ਦੁਸ਼ਵਾਰ ਜਾਂ ਮੁਸ਼ਕਿਲ ਕੰਮ ਤੇ ਨਹੀਂ, ਤੇ ਸਾਡੇ ਕੋਲ ਵੇਖੋ ਇੱਕ ਟੀਮ ਹੈ ਪੂਰੀ, 10-15 ਬੰਦੇ ਨੇ ਸਾਡੇ ਕੋਲ। ਮਜ਼ੀਦ ਸਾਨੂੰ ਜ਼ਰੂਰਤ ਪੈਂਦੀ ਹੈ ਤੇ ਅਸੀਂ ਸ਼ਹਿਰੋਂ ਕਾਲ ਕਰ ਲੈਨੇ, ਬੰਦੇ ਆ ਜਾਂਦੇ ਨੇ ਸਫਾਈ ਵਾਸਤੇ। ਤੇ ਕੋਲੋ ਦੀ ਆਵਾਮ ਵਾਸਤੇ ਇਹ ਪੈਗਾਮ ਹੈ ਕਿ ਇਹ ਸਾਫ਼ ਸੁਥਰਾ ਕੋਲੋ ਤਾਰੜ ਨੂੰ ਕਰਨ ਵਾਸਤੇ ਸਾਡਾ ਸਾਥ ਦਿਓ ਔਰ ਆਪਣੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਓ। ਬਹੁਤ ਅੱਛਾ ਮੈਸੇਜ ਜੀ ਕਾਸਮ ਭਾਈ ਨੇ ਕਿਹਾ ਹੈ। ਸਫਾਈ ਸੁਥਰਾਈ ਦਾ ਕੰਮ ਸਿਰਫ ਉਹਨਾਂ ਨਹੀਂ ਕਰਨਾ ਜਿੰਨਾ ਬਾਹਰੋਂ ਆਉਣਾ ਹੈ, ਉਹਨਾਂ ਤਨਖਾਹ ਲੈ ਕੇ ਕੰਮ ਕਰਨਾ ਹੈ। ਤੇ ਅਗਰ ਅਸੀਂ ਆਪ ਆਪਣਾ ਘਰ ਆਪਣੀ ਗਲੀ ਸਾਫ਼ ਕਰਨ ਲੱਗ ਪਈਏ ਤੇ ਫਿਰ ਗੰਦ ਪੈਣੇ। ਉਸ ਤੋਂ ਬਾਅਦ ਕਾਸਮ ਭਾਈ ਇਹ ਵੀ ਕਹਿ ਰਹੇ ਨੇ ਵੀ ਕੰਟੇਨਰ ਰੱਖੇ ਗਏ ਨੇ, ਤੇ ਸਾਡੇ ਬਹੁਤ ਸਾਰੇ ਭਾਈ ਐਸੇ ਨੇ ਜਿਹੜੇ ਗੰਦ ਨੂੰ ਲਿਜਾ ਕੇ ਕੰਟੇਨਰ ਦੇ ਵਿੱਚ ਸੁੱਟਣ ਦੀ ਬਜਾਏ ਬਾਹਰ ਸੁੱਟ ਦਿੰਦੇ ਨੇ। ਅਗਰ ਤੁਸੀਂ ਕੰਟੇਨਰ ਤੱਕ ਪਹੁੰਚ ਗਏ ਹੋ ਤੇ ਉਹ ਤੁਸੀਂ ਕੰਟੇਨਰ ਦੇ ਵਿੱਚ ਸੁੱਟ ਦੇਵੋ ਤੇ ਉਹਦੇ ਨਾਲ ਤੁਹਾਨੂੰ ਕੋਈ ਬਿੱਲ ਨਹੀਂ ਆਉਣ ਲੱਗਾ। ਮੈਨੂੰ ਕਾਸਮ ਤਾਰੜ ਸਾਹਿਬ ਨੂੰ, ਮਾਰ ਖਾਦਮ ਸਾਹਿਬ ਨੂੰ ਇਜਾਜ਼ਤ ਦਿਓ। ਸਰ ਤੁਸੀਂ ਕੀ ਆਖਣਾ ਚਾਹੁੰਦੇ ਹੋ? ਸਰ ਵੇਖਿਆ ਅੱਜ ਕਿ ਅਸਾਂ ਈਦ ਵਾਲੇ ਦਿਨ ਵੀ ਸਫਾਈ ਵਾਲੇ ਬੰਦੇ ਆਏ ਸੀ। ਹਾਂ, ਸਾਡੇ ਅਫੀਸ਼ੀਅਲ ਡਰਾਈਵਰ ਹੈਡ ਸਾਰਾ ਦਿਨ ਕੋਲੋਂ ਰਹਿੰਦੇ। ਠੀਕ ਹੈ ਜੀ, ਇਸ ਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।